ਤੋਂ ਰਾਜਪੁਰਾ ਦੇ ਵਿਚਕਾਰ ਰੇਲਵੇ ਟਰੈਕ ਤੇ ਦੇਰ ਰਾਤ ਇੱਕ ਧਮਾਕਾ ਹੋਇਆ ਹੈ। ਧਮਾਕੇ ਵਾਲੀ ਥਾਂ ਤੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਸ਼ੰਭੂ ਬਾਰਡਰ ਦੇ ਕੋਲ ਹੋਇਆ ਇਹ ਧਮਾਕਾ। ਜਾਂਚ ਏਜੰਸੀਆਂ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਮ੍ਰਿਤਕ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਇਸ ਸੰਬੰਧੀ ਪੁਲਿਸ ਅਧਿਕਾਰੀ ਵੱਲੋਂ ਵੀ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਅਤੇ ਇੱਕ ਨਿਹੰਗ ਸਿੰਘ ਦਾ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਹੈ ਤੇ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਵਿਅਕਤੀ ਵੱਲੋਂ ਰੇਲਵੇ ਟਰੈਕ ਤੇ ਬੰਬ ਲਗਾ ਕੇ ਰੇਲ ਗੱਡੀ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਨਾ ਜ਼ਰੂਰ ਜਾਂਦਾ ਸੀ ਪਰ ਨਾ ਕੋਈ ਅੱਜ ਤੱਕ ਉਹਦੀ ਮਾੜੀ ਨਾ ਚੰਗੀ ਕੋਈ ਗੱਲ ਲਾਮਾ ਨਹੀਂ ਵੀਰ ਜੀ ਆਇਆ। ਮੇਰੇ ਪੁੱਤ ਨੂੰ ਸਵੇਰੇ ਨਿੱਕੇ ਨੂੰ ਸਤਨਾਮ ਨੂੰ ਸਵੇਰੇ 5:30 ਵਜੇ ਆਣ ਕੇ ਸਵਖਤੇ ਠਾਲ ਕੇ ਲੈ ਗਏ ਆ ਤੇ ਅਜੇ ਤੱਕ ਉਹਦਾ ਕੋਈ ਪਤਾ ਨਹੀਂ ਦੱਸਣ ਦੇ ਵੀ ਕਿੱਥੇ ਤੇ ਕਿੱਥੇ ਨਹੀਂ। ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਤਾਂ ਮੈਂ ਠਾਣਾ ਉੱਥੇ ਬੰਨ ਲੈਣਾ ਵੀਰ ਜੀ। ਮੈਂ ਉੱਥੇ ਧਰਨਾ ਲਾ ਲੈਣਾ ਤੇ ਹੁਣੇ ਜਾ ਕੇ ਜਿੰਨਾ ਚਿਰ ਨਾ ਪਤਾ ਲੱਗਾ ਮੇਰੇ ਵੀਰ ਦਾ ਨਾ ਵੀਰ ਜੀ ਮੇਰੇ ਪੁੱਤ ਦਾ ਨਾ ਪਤਾ ਲੱਗਾ ਤਾਂ ਮੈਂ ਉੱਥੇ ਸਾਰਾ ਪਿੰਡ ਲੈ ਜਾਊ ਤਾਂ ਪਿੰਡ ਸਫਾਈ ਦਊ ਵੀ ਇਹ ਪੁੱਤ ਕਿਹਦਾ। ਮੇਰਾ ਨਾਮ ਮੈਂ ਦੱਸੂਗੀ ਜਦੋਂ ਮੇਰਾ ਪੁੱਤ ਘਰ ਆ ਜਾਊ ਮੈਂ ਸਭ ਕੁਝ ਦੱਸੂਗੀ। ਜਗਰੂਪ ਸਿੰਘ ਜਿਹੜਾ ਕਿਦੋਂ ਘਰ ਹਾਂਜੀ ਨਹੀਂ ਉਹ ਇੱਥੇ ਘਰੇ ਰਹਿੰਦਾ ਸੀ ਘਰ ਹੀ ਰਹਿੰਦਾ ਹੈ। ਇੱਥੇ ਪਿੰਡ ਤੋਂ ਸਫਾਈ ਲੈ ਲੋ ਲਾਗੇ ਗਲੀ ਗਵਾਂਢ ਲੈ ਲੋ ਸਫਾਈ ਘਰ ਹੀ ਦਲ ਪੰਥ ਨਾਲ ਜ਼ਰੂਰ ਜਾਂਦਾ ਹੀ ਸੇਵਾ ਪਾਣੀ ਕਰਦਾ। ਕਿਦਾਂ ਦਾ ਗਿਆ ਘਰੋਂ? ਦੀਪ ਸਿੰਘ ਦੇ ਹਰ ਐਤਵਾਰ ਜਾਂਦਾ ਸੇਵਾ ਲੈ ਕੇ ਹਰ ਵਕਤ ਇੱਥੇ ਰਹਿੰਦਾ। ਹੁਣ ਕਿਦਾਂ ਦਾ ਗਿਆ ਘਰੋਂ? ਹੁਣ ਆਪਾਂ ਝੂਠ ਨਹੀਂ ਮਾਰਨਾ ਕੱਲ ਦਾ ਗਿਆ ਜੇ। ਹਾਂਜੀ ਅਸੀਂ ਇਹ ਜਾਣਦੇ ਨਹੀਂ ਰੱਬ ਨੂੰ। ਕੋਈ ਉਹਦਾ ਫੋਨ ਫਾਨ ਕੇ ਨਾ ਕੋਈ ਫੋਨ ਨਹੀਂ ਉਹਦੇ ਕੋਲ ਖੜਦਾ ਹੀ ਨਹੀਂ ਨਾ ਉਹ ਰੱਖਦਾ ਜੇ। ਅੰਮ੍ਰਿਤਪਾਲ ਮਹੇਰੂ ਨਾਲ ਵੀ ਕੋਈ ਲਿੰਕ ਹੋਵੇ? ਨਹੀਂ ਸਾਨੂੰ ਨਹੀਂ ਜੇ ਪਤਾ ਵੀਰ ਜੀ। ਜਦੋਂ ਹੁਣ ਵੇਖੋ ਮੈਨੂੰ ਨਹੀਂ ਜੇ ਪਤਾ ਕਿਸੇ ਨਾਲ ਮੈਂ ਤੇ ਆਪਣੇ ਪੁੱਤ ਨਾਲ ਨਿੱਕੇ ਦੇ ਨਾਲ ਜੇ ਮੈਂ ਉਹ ਮਾਂ ਪੁੱਤ ਅਸੀਂ ਕਰਦੇ ਆ ਤੇ ਆਪਣੀ ਮਿਹਨਤ ਮਜ਼ਦੂਰੀ। ਛੋਟਾ ਵੀ ਉਹਦੇ ਨਾਲ ਕਰਦਾ ਉਹ ਆ ਵੇਖੋ ਜੋ ਆ ਕਾਰੋਬਾਰ ਤੁਹਾਡੇ ਹਾਂਜੀ ਘਰ ਆਈ ਉਹਦੇ ਨਾਲ ਹੀ ਘਰ ਚੱਲਦਾ ਸਾਰਾ। ਹਾਂਜੀ ਉਹਦੇ ਨਾਲ ਹੀ ਘਰ ਚੱਲਦਾ। ਉਹ ਚਲਾਉਂਦਾ 2 ਬੇਟੀਆਂ ਵੱਡੇ ਦੀਆਂ 2 ਛੋਟੇ ਦੀਆਂ। ਤੇ ਜਗਰੂਪ ਸਿੰਘ ਹੀ ਕਰਦਾ? ਜਗਰੂਪ ਸਿੰਘ ਤੁਹਾਨੂੰ ਪਤਾ ਦਲ ਪੰਥ ਦੇ ਨਾਲ ਹੀ ਹੁਣ 6-7 ਮਹੀਨੇ ਹੋ ਗਏ ਆ ਤੇ ਘੋੜੇ ਘਾੜੇ ਇੱਥੇ ਰੱਖੇ ਸੀ। ਇੱਥੇ ਸੇਵਾ ਪਾਣੀ ਉਹਨਾਂ ਦੀ ਕਰਦਾ ਸੀ ਹੋਰ ਕੁਛ ਨਹੀਂ ਕਰਦਾ। ਕਿੰਨੀ ਦੇਰ ਪਹਿਲੇ ਉਹਨੇ ਅੰਮ੍ਰਿਤ ਛਕਿਆ ਸੀ? ਅੰਮ੍ਰਿਤ ਤੇ ਬਹੁਤ ਕਿੰਨੇ ਸਾਲ ਹੋ ਗਏ? ਹਾਂ ਉਹਨੂੰ ਤੇ 10-15 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ। ਅੰਮ੍ਰਿਤਪਾਲ ਦੀ ਪਾਰਟੀ ਨਾਲ ਵੀ ਲਿੰਕ ਹੈਗੇ ਸੀ ਜੀ ਉਸ ਤਰ੍ਹਾਂ ਹੀ ਹੁਣ ਨਹੀਂ ਕੋਈ ਕਿਸੇ ਦੇ ਨਾਲ ਲਿੰਕ ਨਹੀਂ ਹੁਣ ਤੇ ਕਿਸੇ ਦਾ ਫੋਨ ਵੀ ਨਹੀਂ ਚੁੱਕਦਾ। ਕੀ ਮੰਗ ਕਰਦੇ ਜੇ ਕੀ ਹੋਣਾ ਚਾਹੀਦਾ? ਅਸੀਂ ਹੋਣਾ ਚਾਹੀਦਾ ਮੇਰੇ ਪੁੱਤ ਨਜਾਇਜ਼ ਮੈਨੂੰ ਨਹੀਂ ਪਤਾ ਵੀ ਤੁਸੀਂ ਕੀ ਸਰਕਾਰ ਨੇ ਉਹਦੇ ਉੱਤੇ ਵੱਡੇ ਤੇ ਪਾਉਣਾ ਕੀ ਨਹੀਂ ਪਾਉਣਾ ਤੇ ਮੇਰਾ ਨਿੱਕੇ ਪੁੱਤ ਨੂੰ ਲੈ ਗਏ ਆ। ਮੇਰੇ ਦੋਵੇਂ ਪੁੱਤ ਸਹੀ ਸਲਾਮਤ ਹੋਣੇ ਚਾਹੀਦੇ ਆ। ਮੇਰਾ ਨਿੱਕਾ ਪੁੱਤ ਵੀ ਨਜਾਇਜ਼ ਤੇ ਵੱਡਾ ਵੀ ਨਜਾਇਜ਼ ਜੇ। ਦਲ ਪੰਥ ਨਾਲ ਜ਼ਰੂਰ ਜਾਂਦਾ ਹੈ ਪਰ ਕੋਈ ਪਿੰਡ ਦੇ ਵਿੱਚ ਆ ਕੇ ਵੀ ਕੋਈ ਉਹਨੇ ਪਿੰਡ ਦੇ ਵਿੱਚ ਗਾਮਾ ਕੀਤਾ ਕੋਈ ਮਾੜਾ ਕੀਤਾ ਕਿਸੇ ਦਾ ਮਾੜਾ ਕਰਾਇਆ ਵਾ। ਕਹਿੰਦੇ ਉੱਥੇ ਪਟਿਆਲੇ ਉੱਥੇ ਤੱਕ ਪਹੁੰਚਿਆ। ਹਾਂਜੀ ਕਿਦਾਂ ਲੱਗਦਾ? ਹਾਂਜੀ ਮੈਨੂੰ ਨਹੀਂ ਵੀਰ ਜੀ ਪਤਾ। ਤੁਹਾਨੂੰ ਮੈਂ ਦੱਸਿਆ ਫੋਨ ਕਿਤੇ ਵੀ ਇੱਥੋਂ ਵੀ ਜਾਂਦਾ ਸੀ ਕਿਤੇ ਵੀ ਜਾਂਦਾ ਸੀ। ਸਵੇਰੇ ਜਾਂਦਾ ਸੀ ਸ਼ਾਮਾਂ ਨੂੰ ਘਰ ਆ ਜਾਂਦਾ ਸੀ ਤੇ ਫੋਨ ਨਹੀਂ ਉਹਦੇ ਕੋਲ ਕੋਈ ਵੀ ਹੁੰਦਾ। ਹਾਂਜੀ ਤੇ ਮੇਰੇ ਛੋਟੇ ਪੁੱਤ ਨੂੰ ਅੱਜ ਸ਼ਾਮਾਂ ਤੱਕ ਮੇਰੇ ਕੋਲ ਚਾਹੀਦਾ ਵਾ। ਜੇ ਨਾ ਹੋਇਆ ਤੇ ਮੈਂ ਸਾਰਾ ਪਿੰਡ ਉੱਥੇ ਖੜ ਕੇ ਧਰਨਾ ਲਾ ਦੂੰ। ਮੇਰਾ ਛੋਟਾ ਬੇਟਾ ਦਾ ਜਿਹੜਾ ਮੇਰਾ ਬੀਪੀ ਵੱਧ ਗਿਆ ਜੇ ਮੈਂ ਇੱਥੇ ਮੈਨੂੰ ਕੁਝ ਹੋ ਗਿਆ ਮੇਰੇ ਪੁੱਤ ਨੂੰ ਹੋ ਗਿਆ ਤੇ ਦੇਣਦਾਰ ਸਰਕਾਰ ਨਾ ਜ਼ਰੂਰ ਜਾਂਦਾ ਸੀ ਪਰ ਨਾ ਕੋਈ ਅੱਜ ਤੱਕ ਉਹਦੀ ਮਾੜੀ ਨਾ ਚੰਗੀ ਕੋਈ ਗੱਲ ਲਾਮਾ ਨਹੀਂ ਵੀਰ ਜੀ ਆਇਆ। ਮੇਰੇ ਪੁੱਤ ਨੂੰ ਸਵੇਰੇ ਨਿੱਕੇ ਨੂੰ ਸਤਨਾਮ ਨੂੰ ਸਵੇਰੇ 5:30 ਵਜੇ ਆਣ ਕੇ ਸਵਖਤੇ ਠਾਲ ਕੇ ਲੈ ਗਏ ਆ ਤੇ ਅਜੇ ਤੱਕ ਉਹਦਾ ਕੋਈ ਪਤਾ ਨਹੀਂ ਦੱਸਣ ਦੇ ਵੀ ਕਿੱਥੇ ਤੇ ਕਿੱਥੇ ਨਹੀਂ। ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਤਾਂ ਮੈਂ ਠਾਣਾ ਉੱਥੇ ਬੰਨ ਲੈਣਾ ਵੀਰ ਜੀ। ਮੈਂ ਉੱਥੇ ਧਰਨਾ ਲਾ ਲੈਣਾ ਤੇ ਹੁਣੇ ਜਾ ਕੇ ਜਿੰਨਾ ਚਿਰ ਨਾ ਪਤਾ ਲੱਗਾ ਮੇਰੇ ਵੀਰ ਦਾ ਨਾ ਵੀਰ ਜੀ ਮੇਰੇ ਪੁੱਤ ਦਾ ਨਾ ਪਤਾ ਲੱਗਾ ਤਾਂ ਮੈਂ ਉੱਥੇ ਸਾਰਾ ਪਿੰਡ ਲੈ ਜਾਊ ਤਾਂ ਪਿੰਡ ਸਫਾਈ ਦਊ ਵੀ ਇਹ ਪੁੱਤ ਕਿਹਦਾ। ਮੇਰਾ ਨਾਮ ਮੈਂ ਦੱਸੂਗੀ ਜਦੋਂ ਮੇਰਾ ਪੁੱਤ ਘਰ ਆ ਜਾਊ ਮੈਂ ਸਭ ਕੁਝ ਦੱਸੂਗੀ। ਜਗਰੂਪ ਸਿੰਘ ਜਿਹੜਾ ਕਿਦੋਂ ਘਰ ਹਾਂਜੀ ਨਹੀਂ ਉਹ ਇੱਥੇ ਘਰੇ ਰਹਿੰਦਾ ਸੀ ਘਰ ਹੀ ਰਹਿੰਦਾ ਹੈ। ਇੱਥੇ ਪਿੰਡ ਤੋਂ ਸਫਾਈ ਲੈ ਲੋ ਲਾਗੇ ਗਲੀ ਗਵਾਂਢ ਲੈ ਲੋ ਸਫਾਈ ਘਰ ਹੀ ਦਲ ਪੰਥ ਨਾਲ ਜ਼ਰੂਰ ਜਾਂਦਾ ਹੀ ਸੇਵਾ ਪਾਣੀ ਕਰਦਾ। ਕਿਦਾਂ ਦਾ ਗਿਆ ਘਰੋਂ? ਦੀਪ ਸਿੰਘ ਦੇ ਹਰ ਐਤਵਾਰ ਜਾਂਦਾ ਸੇਵਾ ਲੈ ਕੇ ਹਰ ਵਕਤ ਇੱਥੇ ਰਹਿੰਦਾ। ਹੁਣ ਕਿਦਾਂ ਦਾ ਗਿਆ ਘਰੋਂ? ਹੁਣ ਆਪਾਂ ਝੂਠ ਨਹੀਂ ਮਾਰਨਾ ਕੱਲ ਦਾ ਗਿਆ ਜੇ। ਹਾਂਜੀ ਅਸੀਂ ਇਹ ਜਾਣਦੇ ਨਹੀਂ ਰੱਬ ਨੂੰ। ਕੋਈ ਉਹਦਾ ਫੋਨ ਫਾਨ ਕੇ ਨਾ ਕੋਈ ਫੋਨ ਨਹੀਂ ਉਹਦੇ ਕੋਲ ਖੜਦਾ ਹੀ ਨਹੀਂ ਨਾ ਉਹ ਰੱਖਦਾ ਜੇ। ਅੰਮ੍ਰਿਤਪਾਲ ਮਹੇਰੂ ਨਾਲ ਵੀ ਕੋਈ ਲਿੰਕ ਹੋਵੇ? ਨਹੀਂ ਸਾਨੂੰ ਨਹੀਂ ਜੇ ਪਤਾ ਵੀਰ ਜੀ। ਜਦੋਂ ਹੁਣ ਵੇਖੋ ਮੈਨੂੰ ਨਹੀਂ ਜੇ ਪਤਾ ਕਿਸੇ ਨਾਲ ਮੈਂ ਤੇ ਆਪਣੇ ਪੁੱਤ ਨਾਲ ਨਿੱਕੇ ਦੇ ਨਾਲ ਜੇ ਮੈਂ ਉਹ ਮਾਂ ਪੁੱਤ ਅਸੀਂ ਕਰਦੇ ਆ ਤੇ ਆਪਣੀ ਮਿਹਨਤ ਮਜ਼ਦੂਰੀ। ਛੋਟਾ ਵੀ ਉਹਦੇ ਨਾਲ ਕਰਦਾ? ਉਹ ਆ ਵੇਖੋ ਜੋ ਆ ਕਾਰੋਬਾਰ ਤੁਹਾਡੇ ਹਾਂਜੀ ਘਰ ਆਈ ਉਹਦੇ ਨਾਲ ਹੀ ਘਰ ਚੱਲਦਾ ਸਾਰਾ। ਹਾਂਜੀ ਉਹਦੇ ਨਾਲ ਹੀ ਘਰ ਚੱਲਦਾ। ਉਹ ਚਲਾਉਂਦਾ 2 ਬੇਟੀਆਂ ਵੱਡੇ ਦੀਆਂ 2 ਛੋਟੇ ਦੀਆਂ। ਤੇ ਜਗਰੂਪ ਸਿੰਘ ਹੀ ਕਰਦਾ? ਜਗਰੂਪ ਸਿੰਘ ਤੁਹਾਨੂੰ ਪਤਾ ਦਲ ਪੰਥ ਦੇ ਨਾਲ ਹੀ ਹੁਣ 6-7 ਮਹੀਨੇ ਹੋ ਗਏ ਆ
ਤੇ ਘੋੜੇ ਘਾੜੇ ਇੱਥੇ ਰੱਖੇ ਸੀ, ਇੱਥੇ ਸੇਵਾ ਪਾਣੀ ਉਹਨਾਂ ਦੀ ਕਰਦਾ ਸੀ, ਹੋਰ ਕੁਛ ਨਹੀਂ ਕਰਦਾ। ਕਿੰਨੀ ਦੇਰ ਪਹਿਲੇ ਉਹਨੇ ਅੰਮ੍ਰਿਤ ਛਕਿਆ ਸੀ? ਅੰਮ੍ਰਿਤ ਤੇ ਬਹੁਤ ਕਿੰਨੇ ਸਾਲ ਹੋ ਗਏ? ਹਾਂ, ਉਹਨੂੰ ਤੇ 10-15 ਸਾਲ ਹੋ ਗਏ ਜੀ ਅੰਮ੍ਰਿਤ ਛਕੇ ਨੂੰ। ਅਮਰਤਪਾਲ ਦੀ ਪਾਰਟੀ ਨਾਲ ਵੀ ਲਿੰਕ ਹੈਗੇ ਸੀ? ਜੀ ਉਸ ਤਰ੍ਹਾਂ ਹੀ ਹੁਣ ਨਹੀਂ, ਕੋਈ ਕਿਸੇ ਦੇ ਨਾਲ ਲਿੰਕ ਨਹੀਂ, ਹੁਣ ਤੇ ਕਿਸੇ ਦਾ ਖੂਨ ਵੀ ਨਹੀਂ ਚੁੱਕਦਾ। ਕੀ ਮੰਗ ਕਰਦੇ ਜੇ, ਕੀ ਹੋਣਾ ਚਾਹੀਦਾ? ਅਸੀਂ ਹੋਣਾ ਚਾਹੀਦਾ ਮੇਰੇ ਪੁੱਤ ਨਜਾਇਜ਼, ਮੈਨੂੰ ਨਹੀਂ ਪਤਾ ਵੀ ਤੁਸੀਂ ਕੀ ਸਰਕਾਰ ਨੇ ਉਹਦੇ ਉੱਤੇ ਵੱਡੇ ਤੇ ਪਾਉਣਾ ਕੀ ਨਹੀਂ ਪਾਉਣਾ, ਤੇ ਮੇਰੇ ਨਿੱਕੇ ਪੁੱਤ ਨੂੰ ਲੈ ਗਏ ਆ। ਮੇਰੇ ਦੋਵੇਂ ਪੁੱਤ ਸਹੀ ਸਲਾਮਤ ਹੋਣੇ ਚਾਹੀਦੇ ਆ। ਮੇਰਾ ਨਿੱਕਾ ਪੁੱਤ ਵੀ ਨਜਾਇਜ਼ ਤੇ ਵੱਡਾ ਵੀ ਨਜਾਇਜ਼ ਜੇ। ਦਲ ਪੰਥ ਨਾਲ ਜ਼ਰੂਰ ਜਾਂਦਾ ਸੀ, ਪਰ ਕੋਈ ਪਿੰਡ ਦੇ ਵਿੱਚ ਆ ਕੇ ਵੀ ਕੋਈ ਉਹਨੇ ਪਿੰਡ ਦੇ ਵਿੱਚ ਗਾਮਾ ਕੀਤਾ, ਕੋਈ ਮਾੜਾ ਕੀਤਾ, ਕਿਸੇ ਦਾ ਮਾੜਾ ਕਰਾਇਆ ਵਾ। ਤੇ ਉਹ ਕਹਿੰਦੇ ਉੱਥੇ ਪਟਿਆਲੇ ਉੱਥੇ ਤੱਕ ਪਹੁੰਚਿਆ। ਹਾਂਜੀ ਤੁਸੀਂ ਕਿੱਦਾਂ ਲੱਗਦਾ? ਹਾਂਜੀ, ਮੈਨੂੰ ਨਹੀਂ ਵੀਰ ਜੀ ਪਤਾ, ਤੁਹਾਨੂੰ ਮੈਂ ਦੱਸਿਆ ਫੋਨ ਕਿਤੇ ਵੀ ਇੱਥੋਂ ਵੀ ਜਾਂਦਾ ਸੀ, ਕਿਤੇ ਵੀ ਜਾਂਦਾ ਸੀ, ਸਵੇਰੇ ਜਾਂਦਾ ਸੀ, ਸ਼ਾਮਾਂ ਨੂੰ ਘਰ ਆ ਜਾਂਦਾ ਸੀ, ਤੇ ਫੋਨ ਨਹੀਂ ਸੀ ਉਹਦੇ ਕੋਲ ਕੋਈ ਵੀ ਹੁੰਦਾ। ਹਾਂਜੀ, ਤੇ ਮੇਰੇ ਛੋਟੇ ਪੁੱਤ ਨੂੰ ਅੱਜ ਸ਼ਾਮਾਂ ਤੱਕ ਮੇਰੇ ਕੋਲ ਚਾਹੀਦਾ ਵਾ। ਜੇ ਨਾ ਹੋਇਆ ਤੇ ਮੈਂ ਸਾਰਾ ਪਿੰਡ ਉੱਥੇ ਖੜ ਕੇ ਧਰਨਾ ਲਾ ਦੂੰ। ਮੇਰਾ ਛੋਟਾ ਬੇਟਾ ਦਾ ਜਿਹੜਾ ਮੇਰਾ ਬੀਪੀ ਵੱਧ ਗਿਆ, ਜੇ ਮੈਂ ਇੱਥੇ ਮੈਨੂੰ ਕੁਛ ਹੋ ਗਿਆ, ਮੇਰੇ ਪੁੱਤ ਨੂੰ ਹੋ ਗਿਆ, ਤੇ ਦੇਣਦਾਰ ਸਰਕਾਰ ਨਾਲ ਜ਼ਰੂਰ ਜਾਂਦਾ ਸੀ, ਪਰ ਨਾ ਕੋਈ ਅੱਜ ਤੱਕ ਉਹਦੀ ਮਾੜੀ ਨਾ ਚੰਗੀ ਕੋਈ ਗੱਲ ਨਾਮਾ ਨਹੀਂ ਵੀਰ ਜੀ ਆਇਆ। ਮੇਰੇ ਪੁੱਤ ਨੂੰ ਸਵੇਰੇ ਨਿੱਕੇ ਨੂੰ ਸਤਨਾਮ ਨੂੰ ਸਵੇਰੇ 5:30 ਵਜੇ ਆਣ ਕੇ ਸਵਖਤੇ ਠਾਲ ਕੇ ਲੈ ਗਏ ਆ, ਤੇ ਅਜੇ ਤੱਕ ਉਹਦਾ ਕੋਈ ਪਤਾ ਨਹੀਂ ਦੱਸਣ ਦੇ ਵੀ ਕਿੱਥੇ ਤੇ ਕਿੱਥੇ ਨਹੀਂ। ਜੇ ਮੇਰੇ ਪੁੱਤ ਨੂੰ ਕੁਛ ਹੋ ਗਿਆ ਤਾਂ ਮੈਂ ਠਾਣਾ ਉੱਥੇ ਬੰਨ ਲੈਣਾ ਵੀਰ ਜੀ, ਮੈਂ ਉੱਥੇ ਧਰਨਾ ਲਾ ਲੈਣਾ ਤੇ ਹੁਣੇ ਜਾ ਕੇ, ਜਿੰਨਾ ਚਿਰ ਨਾ ਪਤਾ ਲੱਗਾ ਮੇਰੇ ਵੀਰ ਦਾ ਨਾ ਵੀਰ ਜੀ, ਮੇਰੇ ਪੁੱਤ ਦਾ ਨਾ ਪਤਾ ਲੱਗਾ ਤਾਂ ਮੈਂ ਉੱਥੇ ਸਾਰਾ ਪਿੰਡ ਲੈ ਜਾਊ ਤੇ ਪਿੰਡ ਸਫਾਈ ਦਊ ਵੀ ਇਹ ਪੁੱਤ ਕਿਹਦਾ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਮੈਂ ਦੱਸੂਗੀ ਜਦੋਂ ਮੇਰਾ ਪੁੱਤ ਘਰ ਆ ਜਾਊ, ਮੈਂ ਸਭ ਕੁਝ ਦੱਸੂਗੀ। ਜਗਰੂਪ ਸਿੰਘ ਜਿਹੜਾ ਕਿਦੋਂ ਘਰ? ਹਾਂਜੀ, ਨਹੀਂ ਉਹ ਇੱਥੇ ਘਰੇ ਰਹਿੰਦਾ ਸੀ, ਇੱਥੇ ਘਰ ਹੀ ਰਹਿੰਦਾ ਹੈ। ਇੱਥੇ ਪਿੰਡ ਤੋਂ ਸਫਾਈ ਲੈ ਲੋ, ਲਾਗੇ ਗਲੀ ਗਵਾਂਢ ਲੈ ਲੋ ਸਫਾਈ, ਘਰ ਹੀ ਦਲ ਪੰਥ ਨਾਲ ਜ਼ਰੂਰ ਜਾਂਦਾ ਸੀ, ਸੇਵਾ ਪਾਣੀ ਕਰਦਾ। ਕਿਦਾਂ ਦਾ ਗਿਆ ਘਰੋਂ? ਦੀਪ ਸਿੰਘ ਦੇ ਹਰ ਐਤਵਾਰ ਜਾਂਦਾ ਸੇਵਾ ਲੈ ਕੇ, ਹਰ ਵਕਤ ਇੱਥੇ ਰਹਿੰਦਾ। ਹੁਣ ਕਿਦਾਂ ਦਾ ਗਿਆ ਘਰੋਂ? ਹੁਣ ਆਪਾਂ ਝੂਠ ਨਹੀਂ ਮਾਰਨਾ, ਕੱਲ ਦਾ ਗਿਆ ਜੇ। ਹਾਂਜੀ, ਅਸੀਂ ਇਹ ਜਾਣਦੇ ਨਹੀਂ ਰੱਬ ਨੂੰ। ਕੋਈ ਉਹਦਾ ਫੋਨ ਫਾਨ ਕਿਸੇ ਦਾ? ਨਾ ਕੋਈ ਫੋਨ ਨਹੀਂ ਉਹਦੇ ਕੋਲ ਕਰਦਾ ਹੀ ਨਹੀਂ, ਨਾ ਉਹ ਰੱਖਦਾ ਜੇ। ਅੰਮ੍ਰਿਤਪਾਲ ਮਹੇਰੂ ਨਾਲ ਵੀ ਕੋਈ ਲਿੰਕ ਹੋਵੇ? ਨਹੀਂ, ਸਾਨੂੰ ਨਹੀਂ ਜੇ ਪਤਾ ਵੀਰ ਜੀ। ਜਦੋਂ ਹੁਣ ਵੇਖੋ ਮੈਨੂੰ ਨਹੀਂ ਜੇ ਪਤਾ ਕਿਸੇ ਨਾਲ, ਮੈਂ ਤੇ ਆਪਣੇ ਪੁੱਤ ਨਾਲ ਨਿੱਕੇ ਦੇ ਨਾਲ ਜੇ, ਮੈਂ ਉਹ ਮਾਂ ਪੁੱਤ ਅਸੀਂ ਕਰਦੇ ਆ ਤੇ ਆਪਣੀ ਮਿਹਨਤ ਮਜ਼ਦੂਰੀ। ਛੋਟਾ ਵੀ ਉਹਦੇ ਨਾਲ ਕਰਦਾ? ਉਹ ਆ ਵੇਖੋ ਜੋ ਆ ਕਾਰੋਬਾਰ ਤੁਹਾਡੇ ਹਾਂਜੀ ਘਰ ਆਈ, ਉਹਦੇ ਨਾਲ ਹੀ ਘਰ ਚੱਲਦਾ ਸਰ? ਹਾਂਜੀ, ਉਹਦੇ ਨਾਲ ਹੀ ਘਰ ਚੱਲਦਾ, ਉਹ ਚਲਾਉਂਦਾ। 2 ਬੇਟੀਆਂ ਵੱਡੇ ਦੀਆਂ, 2 ਛੋਟੇ ਦੀਆਂ। ਤੇ ਜਗਰੂਪ ਸਿੰਘ ਕੀ ਕਰਦਾ? ਜਗਰੂਪ ਸਿੰਘ ਤੁਹਾਨੂੰ ਪਤਾ ਦਲ ਪੰਥ ਦੇ ਨਾਲ ਹੀ ਹੁਣ 6-7 ਮਹੀਨੇ ਹੋ ਗਏ ਆ, ਤੇ ਘੋੜੇ ਘਾੜੇ ਇੱਥੇ ਰੱਖੇ ਸੀ, ਇੱਥੇ ਸੇਵਾ ਪਾਣੀ ਉਹਨਾਂ ਦੀ ਕਰਦਾ ਸੀ, ਹੋਰ ਕੁਛ ਨਹੀਂ ਕਰਦਾ। ਕਿੰਨੀ ਦੇਰ ਪਹਿਲੇ ਉਹਨੇ ਅੰਮ੍ਰਿਤ ਛਕਿਆ ਸੀ? ਅੰਮ੍ਰਿਤ ਤੇ ਬਹੁਤ ਕਿੰਨੇ ਸਾਲ ਹੋ ਗਏ? ਹਾਂ, ਉਹਨੂੰ ਤੇ 10-15 ਸਾਲ ਹੋ ਗਏ ਜੀ ਅੰਮ੍ਰਿਤ ਛਕੇ ਨੂੰ। ਅਮਰਤਪਾਲ ਦੀ ਪਾਰਟੀ ਨਾਲ ਵੀ ਲਿੰਕ ਹੈਗੇ ਸੀ? ਜੀ ਉਸ ਤਰ੍ਹਾਂ ਹੀ ਹੁਣ ਨਹੀਂ, ਕੋਈ ਕਿਸੇ ਦੇ ਨਾਲ ਲਿੰਕ ਨਹੀਂ, ਹੁਣ ਤੇ ਕਿਸੇ ਦਾ ਖੂਨ ਵੀ ਨਹੀਂ ਚੁੱਕਦਾ। ਕੀ ਮੰਗ ਕਰਦੇ ਜੇ, ਕੀ ਹੋਣਾ ਚਾਹੀਦਾ? ਅਸੀਂ ਹੋਣਾ ਚਾਹੀਦਾ ਮੇਰੇ ਪੁੱਤ ਨਜਾਇਜ਼, ਮੈਨੂੰ नहीं पता भी तुही की सरकार ने ਉਹਦੇ ਉੱਤੇ ਵੱਡੇ ਤੇ ਪਾਉਣਾ ਕੀ ਨਹੀਂ। कॉरिडोर के ऊपर ही था उस वक्त। हमारा बैड लक ये था कि हमें कोई क्लू अभी तक मिल नहीं पाया, हालांकि हम लोगों ने पूरा जोर लगा लिया, कुछ भी हमें क्लू नहीं मिला, क्योंकि वहाँ कोई सीसीटीवी फुटेज नहीं मिला, कोई किसी तरह का और क्लू नहीं मिला। लेकिन इस बार जो हुआ है उसमें जो भी इंसिडेंट हुआ है बहुत ही गलत है, खराब है, दुर्भाग्यपूर्ण है। लेकिन इसमें इन्वेस्टिगेशन में हमें फायदा मिलेगा, क्योंकि यहाँ पर जो एक डेड बॉडी मिली है उसके लिए पूरा शक है कि ये वही बंदा है जो यहाँ डिटोनेटर लगाने की कोशिश कर रहा था, उसको डिस्ट्रॉय करने की कोशिश कर रहा था। लेकिन गलती हो गया उससे या कुछ भी हो गया कि वो खुद ही ब्लास्ट में उड़ गया और उसकी डेड बॉडी मिल गई। और उसकी डेड बॉडी मिलने से क्या हुआ कि हमें तो एक तो उसका आइडेंटिटी पता चल गया, उसका एक मोबाइल फोन भी मिला है, जिससे जो सिम मिला है उसको भी हम लोग भेज रहे हैं, कहाँ से था कैसे था। उसके अलावा उसका जो जामा तलाशी हुआ है उसमें उसका एक टिकट भी मिला है, जो वो सरहद से यहाँ तक आया था, ठीक है ना। और हमें चूंकि इसकी आइडेंटिटी मिल गई है, इसका फेस मिल गया है, सारा कुछ मिल गया है, तो जो हमने सीसीटीवी फुटेज हर जगह खंगाला है, तो अमृतसर में ये बंदा अपना मोटरसाइकिल पार्क करते हुए उसका वीडियो फुटेज आया हुआ है, तो उसकी मोटरसाइकिल भी हमने जब्त कर ली है अमृतसर में। मतलब की क्या पहचान हुई, कौन है? नहीं, अभी उसकी पहचान होनी है। ये पता चला है कि वो बस से या किसी चीज से आया था, सरहद से फिर यहाँ आया था, और उसका सिम भी मिल गया है, तो सिम से भी सारा कुछ पता चल जाएगा। कितने लोग थे? नहीं, बिल्कुल आपकी बात ठीक है।
मुझे लगता है कुछ ऐसे माड़े अनसर ने जिन्होंने देश की प्रगति के खिलाफ जाना है। अब जिस तरीके से ये यहाँ पे फ्रेट कॉरिडोर बनाया हुआ है और फ्रेट कॉरिडोर के ऊपर ये दूसरा अटेम्प्ट है, मतलब कि जो भी यहाँ से गाड़ियां जा रही है, मालगाड़ी आ रही है, मालगाड़ी ये क्या हो रहा है, माल ढो रहे हैं, सामान लेके जा रहे हैं, उसमें तो कोई आदमी नहीं बैठा है कि उसको इनको मारना है या कुछ करना है। तो ये जो इनका अटेम्प्ट है सीधा सीधा फ्रेट कॉरिडोर के ऊपर ही है। और मैंने पिछली बार भी देखा था, इस बार भी मैं देख रही हूँ कि फ्रेट कॉरिडोर के ऊपर फिलहाल अभी तक कोई सीसीटीवी का अरेंजमेंट नहीं है। और मुझे लगता है कि एक हमें मीटिंग करनी पड़ेगी सीनियर लेवल पर। किसी द्वारा नहीं, अभी तक नहीं ली गई है, अभी तक नहीं ली गई। मैम, ये सामरिक दृष्टि से बहुत महत्वपूर्ण फ्रेट कॉरिडोर है, क्या इसी को ही टारगेट किया जा रहा है ताकि कनेक्टिविटी रोकी जा सके? बिल्कुल आपकी बात ठीक है। ये जो फ्रेट कॉरिडोर है ये बहुत ही इम्पोर्टेंट है और ये जो बनाया गया है सिर्फ इसलिए बनाया गया है कि हमारी माल की ढुलाई और आसान हो जाए और उसके साथ साथ जो पैसेंजर ट्रेन है उसके आवाजाही में कोई विघन ना पड़े, वो अपनी स्पीड से आए, अपनी स्पीड से जाए और इधर पैसेंजर ट्रेन भी चलती रहे। तो ये जो माल की ढुलाई होती है, आपको पता है ये विकास के काम आती है। यहाँ से कोई सामान बन गया कहीं पहुंचा दिया, कहीं से कोई कच्चा माल आ गया यहाँ पहुंचा दिया, इस तरह का चलता रहता है। मैम ये मिला है उसको लेकर कुछ पता चला है? मैम डेटोनेटर टाइप जो अटैम्प्ट की चीज आई है कुछ किस तरह पता चला है? हाँ, ये नहीं, ये सारा कुछ फोरेंसिक वालों ने इकट्ठा कर लिया है। वो 1-2 दिन में मोस्ट प्रोबेबली उन्होंने रिपोर्ट दे देना है। उसके बाद आपको एक डिटेल हम सारा रिपोर्ट देंगे कि क्या हुआ। से कोलकाता तक ये जोड़ता है आपस में, पंजाब के लिए, जम्मू के लिए बहुत महत्वपूर्ण है। तो भविष्य में कैसे आप कोशिश करेंगे, क्योंकि पंजाब में ही इस कॉरिडोर को 2 जगह पर 4 महीने में टारगेट किया गया है, तो आगे क्या? नहीं, बिल्कुल ये बहुत ही इम्पोर्टेंट और बहुत ही मतलब कि खतरनाक लोगों का जिसका भी है ये आइडिया कि इसको हमें टारगेट करना है, तो इसके लिए सीनियर लेवल पे हमारी बात चल रही है। डीजी आरपीएफ से भी बात हुई है और हम कोशिश करेंगे कि एक हाई लेवल मीटिंग हो और ये जो भी फ्रेट कॉरिडोर है यहाँ पे थोड़े थोड़े डिस्टेंस के ऊपर एक वीडियो कैमरा, सीसीटीवी कैमरा जरूर लगाया जाए, क्योंकि ये ऐसा इलाका है जहाँ दूर दूर तक कोई घर नहीं है और यहाँ पे सीसीटीवी कैमरा होने का कोई सवाल नहीं है। फिर भी हम यहाँ पे अपने एसपी इन्वेस्टिगेशन, एसएचओ और डीएसपी पटियाला जो भी है जीआरपी के, इनको हमने ऑर्डर कर दिया है कि आप यहीं रहोगे पूरा 1 हफ्ते तक, एक एक कोना कोना छानोगे। कहीं से भी कोई भी क्लू मिलता है, कोई सीसीटीवी फुटेज मिलता है 1 किलोमीटर 2 किलोमीटर के एरिया तक, वो सारा ये कलेक्ट करेंगे जिससे कि हमें और अच्छे से इसके बारे में कोई एविडेंस मिल सके। एनआईए जांच कर रही है क्या इसकी? एनआईए भी जांच कर रही है? नहीं, अभी तक कोई एनआईए की तरफ से हमारे पास रिटर्न नहीं आया है, लेकिन चूंकि ये इस तरह की दूसरी घटना हो गई है तो मोस्ट प्रोबेबली एनआईए भी इन्वॉल्व हो सकता है। एक हफ्ते पहले से भी ये अलर्ट आया था मैम, उस दौरान कोई चेकिंग वगैरह या इस तरीके का हुआ था? क्योंकि नहीं, चेकिंग तो हमारी बहुत जबरदस्त चल रही है, हर जगह चल रही है, बहुत ही ज्यादा। हमने अपना एक, जैसे कि डिस्ट्रिक्ट पुलिस में कासो चल रहा है तो हमारा पासो चल रहा है, ठीक है ना, आपको पता ही होगा। हर थाने में हम हर हफ्ते करा रहे हैं और जब भी कोई इस तरह का इंफॉर्मेशन मिलता है, थ्रेट परसेप्शन या कोई भी, तो उसमें हम अलग से एक्स्ट्रा एफर्ट डालते हैं कि किसी तरह का कुछ भी इंफॉर्मेशन मिल जाए। अभी कुछ दिन पहले क्या लगता है वो आरडीएक्स या कोई इस तरीके का इस्तेमाल किया गया? नहीं, ये कहाँ से आया होगा क्या? देखिए, ये सारा कुछ इन्वेस्टिगेशन का पार्ट है और ये जो कुछ भी इस्तेमाल किया है वो 100% हमें पता लग जाएगा। और लगता है इंटेंसिटी अब देखिए, ये जो मतलब लो इंटेंसिटी थी या नहीं थी, इसके बारे में आप खुद सोच सकते हो, क्योंकि ये मालगाड़ी में कितना ज्यादा माल भरा होता है। जब वो यहाँ से गुजरी और ब्लास्ट हुआ तो वो गाड़ी हिल गई और ड्राइवर को फील हो गया कि समथिंग इज वेरी मिस्टीरियस, और उसने फिर इन्फॉर्म किया कि कुछ गड़बड़ हुआ है, आप चेक करो। ये गाड़ी निकलने के बाद गाड़ी निकलने के बाद नेचुरली, मतलब गाड़ी के नीचे हुआ, गाड़ी जिसके बॉडी पार्ट मिले वो कैसे चपेट में? वो ब्लास्ट से हुआ है, क्योंकि वो तो साइड में रहा होगा ना, क्योंकि जो भी देखो रेलवे ट्रैक के ऊपर अगर ट्रेन से कोई टकराता है तो उसका दूसरे तरह का बॉडी जो भी मिलता है। हाँ। अच्छा मैम, कुछ दिन पहले अभी तक कोई प्रिलिमिनरी इन्वेस्टिगेशन में पता चला कोई क्रिमिनल बैकग्राउंड, क्योंकि तरन के पंजावर क्या रहने वाला है, अभी तक कोई पंजाब, तो अभी तक कोई क्रिमिनल बैकग्राउंड या किस तरह से कुछ अभी तक? देखिए, आपकी बात बिल्कुल ठीक है, लेकिन अभी रात का ही घटना है तो ये थोड़ा सा हमें टाइम दो,
हम आपको जल्दी से जल्दी, जब भी कोई और नया इन्वेस्टिगेशन में पॉइंट आता है, आपको जरूर बताएंगे। कुछ दिन पहले जो था, कुछ दिन पहले यहाँ पे सीसीटीवी कैमरास भी मिले थे, चाहे वो दिल्ली के आसपास रेलवे ट्रैक पे मिले थे। क्या माना जा सकता है कि पाकिस्तान कनेक्शन भी हो सकता है इसमें? देखिए, हमारे इलाके में तो नहीं मिला है, लेकिन ये अलर्ट आया था क्योंकि दिल्ली और दिल्ली के आसपास के इलाकों में कई सारे कैमरेज मिले थे और उसमें कहा गया था कि इसका पाकिस्तान के साथ कुछ न कुछ कनेक्शन है, तो नेचुरली उन्होंने ही कुछ न कुछ किया होगा। मैम नुकसान तो नहीं हुआ? जैसे ट्रेन अगर गुजरी है, जैसे आपने बताया, कुछ ट्रेन का नुकसान या किसी तरह का कोई ऐसा? नहीं, ट्रेन का कोई नुकसान नहीं हुआ, लेकिन उसको झटका महसूस हुआ। इतनी हेवी ट्रेन के नीचे जो ब्लास्ट हुआ है, उससे उसको झटका जरूर महसूस हुआ है। और जो ड्राइवर है, इसीलिए उसने इन्फॉर्म किया, मैसेज भेजा कि कुछ गड़बड़ है, आप चेक करो। गाड़ी निकल गई। उसके बाद यहाँ सारी फोर्स आई, जीआरपी के सारे ऑफिसर आए और डिस्ट्रिक्ट पुलिस से भी आए थे, कल एसएसपी और डीआईजी साहब भी आए थे। तो उसके बाद ही आए थे जब हमें मैसेज मिला था। मैम, डेटोनेटर का इस्तेमाल था, तो आरडीएक्स के इस्तेमाल से आप इनकार कर रहे हैं अभी? नहीं, मैं कोई इनकार नहीं कर रही हूँ, लेकिन कुछ भी कहना जल्दीबाजी होगी। बस थोड़े देर का, कुछ दिनों का वेट करो। जैसे ही फोरेंसिक की रिपोर्ट आ जाती है, आपको सारा कुछ पॉइंट टू पॉइंट बता दिया जाएगा। मालगाड़ी थी जो जा रही थी, जिसमें इसको ड्राइवर को लगा, वो कौन सी गाड़ी? वो फ्रेट कॉरिडोर पे चलने वाली जो मालगाड़ी होती है, वही थी। मालगाड़ी। कितने बजे मैम अप्रोक्सीमेटली का? ये जो देखो, जो ब्लास्ट हुआ है वो करीब 8:30 पौने 9 के आसपास हुआ है, लेकिन हमारे पास इन्फॉर्मेशन थोड़ा लेट आया। उस हिसाब से हमारे ऑफिसर 9:30 पौने 10 के आसपास सारे पहुंचे थे।